दिल्ली सिख गुरुद्वारा प्रबंधक कमेटी के ਜਿਹੜੇ ਹਾਰੇ ਹੋਏ ਪ੍ਰਧਾਨ ਨੇ ਮਨਜਿੰਦਰ ਸਿੰਘ ਸਿਰਸਾ, ਉਹਨਾਂ ਨੇ ਕਿਹਾ ਕਿ ਢੀਂਡਸਾ ਸਾਹਿਬ ਚੋਣਾਂ ਜਿੱਤਣ ਵਾਸਤੇ ਦਿੱਲੀ ਕਮੇਟੀ ਦੀਆਂ ਬੀਜੇਪੀ ਦੇ ਜਿਹੜੇ ਹੈਗੇ ਨੇ ਪ੍ਰਧਾਨ ਅਮਿਤ ਸ਼ਾਹ ਦੇ ਨਾਲ ਮੀਟਿੰਗਾਂ ਕਰਦੇ ਰਹੇ ਨੇ। ਇੱਕ ਵਾਰ ਵੀ ਪ੍ਰੂਵ ਕਰਦੇ ਨੇ ਉਹ ਮਨਜਿੰਦਰ ਸਿੰਘ ਸਿਰਸਾ ਤੋਂ ਆਪਦੀ ਹਾਰ ਹਜਮ ਨਹੀਂ ਹੋ ਰਹੀ ਤੇ ਢੀਂਡਸਾ ਸਾਹਿਬ ਜਿੰਨਾ ਚਿਰ ਦਿੱਲੀ ਇਲੈਕਸ਼ਨ ਚੋਣਾਂ ਸੀ ਉਹਨਾਂ ਚਿਰ ਦੱਸੋ ਇਹ ਸਾਨੂੰ ਦੱਸਣ ਵੀ ਕਿਸ ਦਿਨ ਮੀਟਿੰਗ ਕੀਤੀ ਹੈ। ਸਮਾਂ ਉਲਟਾ ਮਨਜਿੰਦਰ ਸਿੰਘ ਸਿਰਸਾ ਦੀ ਬੀਜੇਪੀ ਨਾਲ ਸਾਂਝ ਹੈ। ਮਨਜਿੰਦਰ ਸਿੰਘ ਸਿਰਸਾ ਬੀਜੇਪੀ ਦੀ ਟਿਕਟ ਤੇ ਚੋਣ ਲੜ ਚੁੱਕੇ ਨੇ, ਬੀਜੇਪੀ ਦੇ ਚੋਣ ਨਿਸ਼ਾਨ ਤੇ ਉਹਨਾਂ ਦੀ ਸਾਰੀ ਸਾਂਝ ਗਾਂਢ ਹੈ। ਹੁਣ ਇਹ ਜਿਹੜੀ ਹੈ ਸਾਰੀ ਇੱਕ ਆਪਦੀ ਹਾਰ ਨੂੰ ਜਿਹੜੀ ਮਨਜਿੰਦਰ ਸਿੰਘ ਸਿਰਸਾ ਦੀ ਹਾਰ ਹੋਈ ਹੈ, ਲੋਕਾਂ ਨੇ ਮਨਜਿੰਦਰ ਸਿਰਸੇ ਨੂੰ ਨਕਾਰਿਆ। ਹੁਣ ਉਹ ਨਕਾਰੇ ਬੰਦੇ ਨੂੰ ਦੁਬਾਰੇ ਕੁਰਸੀ ਤੇ ਬਿਠਾਉਣ ਵਾਸਤੇ ਇਹ ਸਾਰੀਆਂ ਜਿਹੜੀਆਂ ਨੇ ਗੱਲਾਂ ਉਹ ਕਰ ਰਹੇ ਨੇ। ਤੇ ਮੈਂ ਸਾਡੀ ਢੀਂਡਸਾ ਸਾਹਿਬ ਨੇ ਇੱਕ ਕੋਸ਼ਿਸ਼ ਜ਼ਰੂਰ ਕੀਤੀ ਕਿ ਜਿਹੜੇ ਸਾਰੇ ਧਿਰਾਂ ਨੇ ਉੱਥੇ, ਚਾਹੇ ਮਨਜੀਤ ਸਿੰਘ ਜੀਕੇ ਨੇ, ਚਾਹੇ ਸਰਨਾ ਭਰਾ ਤੇ ਜਾਂ ਭਾਈ ਰਣਜੀਤ ਸਿੰਘ, ਇਹਨਾਂ ਤਿੰਨਾਂ ਨੂੰ ਕੋਸ਼ਿਸ਼ ਕੀਤੀ ਸੀ ਵੀ ਇਕੱਠੇ ਇੱਕੋ ਜਿਹੜਾ ਪਲੇਟਫਾਰਮ ਤੋਂ ਚੋਣ ਲੜਨ। ਬੜੇ ਯਤਨਾਂ ਦੇ ਬਾਵਜੂਦ ਸਹਿਮਤੀ ਨਹੀਂ ਬਣ ਸਕੀ, ਜਿਹਦੇ ਨਾਲ ਮੈਂ ਸਮਝਦਾ ਜਿਹੜੀ ਹੈ ਬਾਦਲ ਦਲ ਦੀ ਜਿੱਤ ਹੋਈ ਹੈ। ਨਹੀਂ, ਉਹਨਾਂ ਦੀ ਜਿੱਤ ਨਹੀਂ, ਇਹ ਤਾਂ ਵਿਰੋਧੀ ਧਿਰ ਦੇ ਫਟੇ ਹੋਣ ਕਰਕੇ ਜਿਹੜਾ ਉਹ ਇਹ ਸਾਰੀ ਜਿੱਤ ਪ੍ਰਾਪਤ ਕੀਤੀ। ਤੁਹਾਡੇ ਸੀਨੀਅਰ ਆਗੂ ਸੇਵਾ ਸਿੰਘ ਸੇਖਵਾਂ ਆਪ ਦਾ ਲੜ ਫੜ ਲਿਆ ਜੀ ਉਹਨਾਂ ਨੇ, ਕੀ ਚੱਕਰ ਹੋਇਆ, ਕੀ ਨਾਰਾਜ਼ਗੀ ਸੀ ਉਹਨਾਂ ਨੂੰ ਪਾਰਟੀ ਵਿੱਚ? ਦੇਖੋ, ਢੀਂਡਸਾ ਸਾਹਿਬ ਨੂੰ ਤੇ ਮੈਨੂੰ ਵੀ ਸੇਖਵਾਂ ਸਾਹਿਬ ਤੇ ਜਗਦੀਪ ਸਿੰਘ ਹੋਰੀ ਤਕਰੀਬਨ ਹਫ਼ਤਾ ਪਹਿਲਾਂ ਇਸ ਘਟਨਾ ਤੋਂ ਮਿਲ ਕੇ ਗਏ ਨੇ। ਚੰਡੀਗੜ੍ਹ ਆਏ ਸੀ ਉਹ ਤੇ ਬੜੀ ਵਧੀਆ ਮੀਟਿੰਗ ਹੋਈ ਸੀ ਤੇ ਸਾਨੂੰ ਤਾਂ ਆਪ ਇਸ ਗੱਲ ਦੀ ਸਮਝ ਨਹੀਂ ਵੀ ਕੀ ਉਹਨਾਂ ਨੇ ਕੀ ਮਨ 'ਚ ਕੋਈ ਉਹਨਾਂ ਨੇ ਐਸੀ ਕੋਈ ਗੱਲ ਨਹੀਂ ਜ਼ਾਹਰ ਕੀਤੀ ਜਿਹੜੀਆਂ ਉਹਨਾਂ ਨੇ ਸਾਨੂੰ ਕਹੀਆਂ ਉਹ 'ਚ ਇੱਕ ਵੀ ਗੱਲ ਨਹੀਂ ਸੀ ਕੋਈ। ਸੋ ਸ਼ਾਇਦ ਹੁਣ ਇਸ ਚੀਜ਼ ਨੂੰ ਆਪਦੀ ਫੈਸਲੇ ਨੂੰ ਸਹੀ ਠਹਿਰਾਉਣ ਵਾਸਤੇ ਜੋ ਮਰਜ਼ੀ ਕਹਿ ਸਕਦੇ ਆ, ਪਰ ਇੱਕ ਵੀ ਕੋਈ ਗੱਲ ਨਹੀਂ। ਉਹਨਾਂ ਨਾਲ ਲਗਾਤਾਰ ਢੀਂਡਸਾ ਸਾਹਿਬ ਦਾ ਸਾਡਾ ਫੋਨ ਤੇ ਰਾਬਤਾ ਸੀ, ਉਹਨਾਂ ਦੇ ਹਾਲ ਚਾਲ ਉਹਨੂੰ ਪੁੱਛਣੇ ਲਗਾਤਾਰ ਜਿਹੜੀ ਇਹ ਗੱਲ ਹੁੰਦੀ ਸੀ। ਸੋ ਐਸੀ ਕੋਈ ਗੱਲ ਹੀ ਨਹੀਂ ਹੈ ਜਿਹੜੀ ਉਹਨਾਂ ਨੇ ਗੱਲ ਕਹੀ। ਇਹ lopsided ਨੇ। They were totally in favor of private companies, ਕਿਉਂਕਿ ਕੋਈ ਪੈਨਲਟੀ ਕਲੌਜ਼ ਗਵਰਨਮੈਂਟ ਦੇ ਉੱਤੇ ਤਾਂ ਪੈਨਲਟੀ ਕਲੌਜ਼ ਹੈਗਾ, ਪਰ ਜੇ ਪਾਵਰ ਕੰਪਨੀ ਸਪਲਾਈ ਨਾ ਕਰਨ ਉਹਨਾਂ ਨੂੰ ਕੋਈ ਪੈਨਲਟੀ ਨਹੀਂ। ਐਂਡ ਅੱਜ ਜਿਹੜੀ ਇਹ ਰੇਟ ਹੈ, ਜਿਹੜੀ ਤੁਹਾਨੂੰ ਬਿਜਲੀ ਹੈ ਉਹ ਬਹੁਤ ਸਸਤੀ ਮਿਲ ਰਹੀ ਹੈ ਨੈਸ਼ਨਲ ਗ੍ਰਿਡ ਤੋਂ। ਇਹ ਪਾਵਰ ਕੰਪਨੀਆਂ ਜਿਹੜੀਆਂ ਨੇ ਮਹਿੰਗੀਆਂ ਦੇ ਰਹੀਆਂ। ਤੇ ਅਕਾਲੀ ਦਲ ਦੀ ਸਰਕਾਰ ਦੀ ਇੱਕ ਗੱਲ ਮੈਂ ਇਹ ਗੱਲ ਕਹਿਣਾ ਗਾ, ਪਿਛਲੀ ਸਰਕਾਰ 'ਚ ਇੱਕ ਬੜੀ ਵੱਡੀ ਗਲਤੀ ਕੀਤੀ, ਜਿਹੜਾ ਇਹਨਾਂ ਨੇ ਥਰਮਲ ਪਲਾਂਟ ਪੰਜਾਬ ਦੇ ਵਿੱਚ ਲਾਏ। ਇਹ ਅੱਜ ਜਿਹੜਾ ਕਨਸੈਪਟ ਹੈ ਵੀ ਪਿਟ ਹੈਡ ਤੇ ਥਰਮਲ ਪਲਾਂਟਸ ਲੱਗਦੇ ਨੇ, ਜਾਂ ਜਿਹੜੇ ਨੇ ਕੋਈ ਸਾਡੇ ਪੋਰਟਸ ਨੇ ਜਿੱਥੇ ਕੋਲਾ ਬਾਹਰੋਂ ਇੰਪੋਰਟਡ ਕੋਲੇ ਦੇ ਆਧਾਰ 'ਤੇ ਨੇ ਉੱਥੇ ਥਰਮਲ ਪਲਾਂਟ ਲੱਗਦੇ, ਉੱਥੋਂ ਟਰਾਂਸਮਿਸ਼ਨ ਕੀਤੀ ਜਾਂਦੀ ਹੈ। ਪਰ ਇਹ ਉਦੋਂ ਇੱਕ ਵੱਡੀ ਗਲਤੀ ਕੀਤੀ। You were part of the government. No, I was part of the government, but उस वेले दा रूल है सर, उस वेले दा रूल है, नया नहीं है। मेरी सुनो, मैं तुझ गल तो सुनो। The decision on the power purchase of the agreement to set up a thermal plant is basically taken by the concerned department and the CM office. ਇਹਦੇ ਵਿੱਚ ਦੂਜੇ ਡਿਪਾਰਟਮੈਂਟਸ ਦਾ ਕੋਈ ਰੋਲ ਨਹੀਂ ਹੁੰਦਾ। So you can't, yes, you can blame the minister concerned, but you cannot say ਵੀ ਸਾਰੀ ਸਰਕਾਰ ਨੂੰ we were not in knowledge of the details of this agreement। ਬਾਕੀ ਹੋਰ ਕੋਈ ਕੈਬਨਿਟ ਮਿਨਿਸਟਰ ਦੱਸ ਦਿਓ ਵੀ ਕਿਸੇ ਨੂੰ ਇਹ ਜਿਹੜੀਆਂ ਡਿਟੇਲਸ ਸੀਗੀਆਂ ਉਹਨਾਂ ਦੀ ਨੌਲੇਜ ਸੀਗੀਆਂ, ਕਿਸੇ ਦੀ ਨੌਲੇਜ ਨਹੀਂ ਸੀ। ਤੇ ਇਹ ਤਾਂ ਜਿਹੜਾ ਡਿਪਾਰਟਮੈਂਟ ਹੈ ਦੇ ਆਰ ਰਿਸਪੌਂਸਿਬਲ, ਜਿਹੜਾ whoever is heading that department, if anything is wrong is done by finance department during that period, then I am responsible। ਜਾਂ ਕੋਈ PWD, ਇਹ ਜਦ ਮੈਂ ਇਹ ਹੋਇਆ ਉਦੋਂ PWD ਮਿਨਿਸਟਰ ਸੀ ਮੈਂ, ਜੇ ਉਦੋਂ ਕੋਈ ਜਿਹੜੀ ਚੀਜ਼ਾਂ ਦੀਆਂ ਉਦੋਂ ਹੋਈਆਂ ਸੀ ਉਹਦੇ ਲਈ ਵੀ ਕੈਨ ਓਨ ਅਪ। ਬਟ ਜੇ ਤੁਸੀਂ ਕਹੀ ਵੀ ਸਾਰੀ ਸਰਕਾਰ ਦੀਆਂ ਸਾਰੀ ਜ਼ਿੰਮੇਵਾਰੀਆਂ ਔਰ some decisions are taken at the highest level which the ਦੂਜੇ ministers are not in group। How do you view the current financial situation in Punjab? The current financial situation is very grim and I don't see any way out. To be very frank, I don't see any way out because ਜਿੰਨਾ
ਹੁਣ ਡੈਟ ਪੰਜਾਬ ਦੀ ਹੋ ਚੁੱਕੀ ਹੈ, ਉਹਨੂੰ ਸਰਵਿਸ ਕਰਨਾ ਇੱਕ ਬੜੀ ਵੱਡੀ ਇੱਕ ਚੈਲੰਜ ਹੈ। ਲਾਸਟ 2 years ਪੰਜਾਬ ਹੈਜ਼ ਰਿਜ਼ੋਰਟਡ ਟੂ ਵੈਰੀ ਹਾਈ ਬੋਰੋਇੰਗ। ਪੰਜਾਬ ਨੇ 5% ਤੇ 4% of GDP ਤੇ ਬੋਰਿੰਗ ਕੀਤੀ ਹੈ, which is very exorbitant and unserviceable. So ਇਹ 2 ਸਾਲਾਂ ਦੇ ਵਿੱਚ ਦੇ ਸੈਕਿੰਡ ਥਰਡਲੀ GST compensation next year ਖਤਮ ਹੋ ਰਹੀ ਹੈ, ਜਿਹਦੇ ਨਾਲ ਪੰਜਾਬ ਦਾ revenue will of GST is likely to fall by 40 to 50%। ਅੱਧਾ ਹੋਣ ਦੀ ਉਮੀਦ ਡਰ ਹੈ ਵੀ ਅੱਧਾ ਹੋ ਜਾਏਗਾ। ਤੇ ਜਦ ਤੁਹਾਡਾ revenue ਘਟੇਗਾ, ਤੁਹਾਡੀ ਡੈਟ ਸਰਵਿਸਿੰਗ ਵਧੇਗੀ, ਤਾਂ ਅੱਜ ਦਾ ਜੋ ਸਿਨੈਰੀਓ ਇਸ ਤੋਂ ਵੀ ਵਰਸ ਨੈਕਸਟ ਈਅਰ ਹੋਣ ਦਾ ਡਰ ਹੀ ਨਹੀਂ ਹੈ, ਹੋਏਗਾ। ਇਟਸ ਨਾਟ ਬੀ ਫੀਅਰ ਹੈ, ਇਟ ਵਿਲ ਹੈਪਨ। ਸੋ ਪੰਜਾਬ ਦੇ ਲਈ ਤਾਂ ਆਈ ਥਿੰਕ ਕੋਈ ਬਹੁਤ ਹੀ ਜੇ ਮੈਂ ਕਹਾਂ ਡਰਾਸਟਿਕ ਸਟੈਪਸ ਗਵਰਨਮੈਂਟ ਨੂੰ ਲੈਣੇ ਪੈਣਗੇ। ਕੋਈ ਵੀ ਜਿਹੜੀ ਨੈਕਸਟ ਗਵਰਨਮੈਂਟ ਆਏਗੀ ਦੇ ਹੈਵ ਟੂ ਟੇਕ ਵੈਰੀ ਡਰਾਸਟਿਕ ਸਟੈਪਸ ਟੂ ਰਿਵਾਈਵ ਪੰਜਾਬ ਦੀ ਇਕੋਨਮੀ। ਤੇ ਆਹ ਜਿਹੜਾ ਜਿਵੇਂ ਇਹ ਕਰ ਰਹੇ ਨੇ ਵੀ ਅਸੀਂ ਆਹ ਫ੍ਰੀ ਦੇਵਾਂਗੇ, ਫ੍ਰੀ ਵੀਜ਼ ਪੋਸੀਬਲ ਹੀ ਨਹੀਂ ਹੋ ਸਕਣੀਆਂ। ਜੋ ਪੰਜਾਬ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਹੈ, ਫ੍ਰੀ ਵੀਜ਼ ਦੇਣਾ ਕਿਸੇ ਸਟੇਟ ਵਾਸਤੇ ਜਿਹੜੀਆਂ ਐਗਜ਼ਿਸਟਿੰਗ ਫ੍ਰੀ ਵੀਜ਼ ਨੇ, ਜੇ ਉਹ ਵੀ ਤੁਸੀਂ ਦੇ ਲਓ ਤਾਂ ਬੜੀ ਵੱਡੀ ਗੱਲ ਹੈ। ਦੈਟ ਵਿਲ ਬੀ ਅ ਬਿਗ ਅਚੀਵਮੈਂਟ ਇਨ ਇਟਸੈਲਫ ਜੇ ਉਹ ਐਗਜ਼ਿਸਟਿੰਗ ਫ੍ਰੀ ਵੀਜ਼ ਜੇ ਕੰਟੀਨਿਊ ਕਰ ਸਕਣ। ਨਹੀਂ, ਇਹ ਵੀ ਕੰਟੀਨਿਊ ਕਰਨੀਆਂ ਇਹਨਾਂ ਫਾਈਨੈਂਸ਼ੀਅਲ ਸਿਚੁਏਸ਼ਨਸ ਪੋਸੀਬਲ ਨਹੀਂ। ਉਹ ਕਿਸੇ ਦੂਜੇ ਰੂਪ ਦੇ ਵਿੱਚ ਲੋਕਾਂ ਤੇ ਬੋਝ ਪਏਗਾ ਜੇ ਫ੍ਰੀ ਕਰਦੇ। ਬੋਝ ਪਾਉਣ ਦੀ ਤੁਸੀਂ ਨਹੀਂ ਪਾ ਸਕਦੇ। ਦੇਖੋ, ਟੈਕਸੇਸ਼ਨ ਇੱਕ ਐਸੀ ਚੀਜ਼ ਹੈ, ਦੇयर इज अ सर्टन लिमिट। ਤੁਸੀਂ ਟੈਕਸ ਜੇ ਉਸ ਤੋਂ ਉੱਤੇ ਜਾਓਗੇ ਤਾਂ ਚੋਰੀ ਸ਼ੁਰੂ ਹੋ ਜਾਊਗੀ। ਹੁਣ ਜੇ ਸ਼ਰਾਬ ਹੈ, ਸ਼ਰਾਬ ਨੂੰ ਤੁਸੀਂ ਮਹਿੰਗੀ ਕਰੋਗੇ, ਹੋਰ ਮਹਿੰਗੀ ਕਰੋਗੇ ਤਾਂ ਬਾਕੀ ਸਟੇਟਾਂ 'ਚੋਂ, ਚੰਡੀਗੜ੍ਹ ਤੋਂ, ਹਿਮਾਚਲ ਤੋਂ, ਹਰਿਆਣੇ 'ਚੋਂ ਆਉਣੀ ਸ਼ੁਰੂ ਹੋ ਜਾਊਗੀ। ਸੋ ਉਨੀ ਜਿੰਨੀ ਤੁਸੀਂ ਐਕਸਪੈਕਟ ਕਰਦੇ ਹੋ ਟੈਕਸ ਵਧਾਉਣ ਨਾਲ ਇਨਕਮ ਉਨੀ ਨਹੀਂ ਹੋਈ। ਜਿਵੇਂ ਤੇਲ ਤੇ ਡੀਜ਼ਲ ਆਪਣਾ ਰੇਟ ਵੱਧਦਾ ਹੈ, ਜਿਹੜਾ ਕੋਈ ਬੱਸ ਟਰੱਕ ਵਾਲਾ ਆਉਂਦਾ ਉਹ ਹਰਿਆਣੇ 'ਚੋਂ ਭਰਾ ਕੇ ਆਉਂਦਾ ਹੈਗਾ। ਸੋ ਰਾਦਰ ਤੁਹਾਨੂੰ ਲਾਸ ਜ਼ਿਆਦਾ ਹੁੰਦਾ ਹੈਗਾ। ਸੋ ਤੁਸੀਂ ਇਹਨਾਂ ਫੈਡਰਲ ਸਟਰਕਚਰ ਜਿੱਥੇ ਸਾਰੀਆਂ ਸਟੇਟਸ ਦੀਆਂ ਆਪਦੀ ਟੈਕਸੇਸ਼ਨ ਜਿੱਥੇ ਅਥਾਰਟੀਜ਼ ਹੈਗੀਆਂ, GST ਹੋ ਗਈ, ਉਹ ਤਾਂ ਤੁਸੀਂ ਆਪਦੀ ਮਰਜ਼ੀ ਨਾਲ ਲਾਈ ਸਕਦੇ ਹੋ, ਤਾਂ ਨੈਸ਼ਨਲ ਲੈਵਲ 'ਤੇ ਲੱਗਣੀ। ਅੱਧੀ ਤਾਂ ਗਈ, ਜਿਹੜੀ ਅੱਧੀ ਰਹਿ ਗਈ ਉਹ ਤੁਸੀਂ ਬਾਕੀ ਸਟੇਟਸ ਦੇ ਨਾਲ ਯੂ ਹੈਵ ਟੂ ਬੀ ਕੰਪੈਰੇਟਿਵ, ਤੁਸੀਂ ਉਹਨਾਂ ਤੋਂ ਵੱਧ ਨਹੀਂ ਕਰ ਸਕਦੇ। ਸੋ ਇਸ ਲਈ ਇਹ ਟੈਕਸ ਲਾਉਣ ਦੀ ਗੁੰਜਾਇਸ਼ ਬਹੁਤ ਜ਼ਿਆਦਾ ਨਹੀਂ ਹੈ। ਟੈਕਸ ਦੀ ਚੋਰੀ ਬੰਦ ਹੋ ਜੇ, ਜਿਹੜੀ ਪਿਲਫਰੇਜ ਹੈਗੀ ਹੈ, ਚਾਹੇ ਰੇਤੇ ਬਜਰੀ ਦਾ, ਮੈਂ ਇਹ ਮੰਨਦਾ ਜੇ ਅੱਜ 200-300 ਕਰੋੜ ਰੁਪਈਆ ਕਮਾਉਂਦੇ ਤਾਂ 1000 ਕਰੋੜ ਰੁਪਈਆ 1500 ਕਰੋੜ ਰੁਪਈਆ ਤੁਸੀਂ ਹੋਰ ਕਮਾ ਸਕਦੇ ਹੋ ਰੇਤੇ ਬਜਰੀ 'ਚੋਂ। ਤੁਸੀਂ ਸ਼ਰਾਬ 'ਚੋਂ 1500-2000 ਕਰੋੜ ਰੁਪਈਆ ਹੋਰ ਕਮਾ ਸਕਦੇ ਹੋ। ਪਰ ਜਿਹੜਾ ਲਾਸ ਹੋਏਗਾ GST ਦਾ, ਉਹ ਤਕਰੀਬਨ ਜਿਹੜਾ ਮੇਰੇ ਹਿਸਾਬ ਨਾਲ 13-14 ਹਜ਼ਾਰ ਕਰੋੜ ਰੁਪਏ ਹੋਏਗਾ। ਉਹਨੂੰ ਕੰਪਨਸੇਸ਼ਨ ਕੋਈ ਵੀ ਸਟੇਟ ਗਵਰਨਮੈਂਟ ਨਹੀਂ ਕਰ ਸਕਦੀ। तो फिर ਤੁਸੀਂ ਕਿਸ ਤਰ੍ਹਾਂ ਗਵਰਨਮੈਂਟ ਬਣਾਓਗੇ ਅਗਰ ਤੁਸੀਂ ਫ੍ਰੀ ਵੀਜ਼ ਆਫਰ ਨਹੀਂ ਕਰੋਗੇ? ਸਾਰੀ ਪੋਲੀਟੀਕਲ ਪਾਰਟੀਆਂ ਇਸ ਵੇਲੇ ਬੜੇ ਜ਼ਬਰਦਸਤ ਕੰਪੀਟ ਕਰ ਰਹੀਆਂ, ਐਵਰੀਬਾਡੀ ਇਜ਼ ਆਫਰਿੰਗ ਫ੍ਰੀ ਦੇयर ਆਰ ਪੀਪਲ ਜਿਹੜੇ ਇਸ ਗੱਲ ਨੂੰ ਸਮਝਦੇ ਆ, ਜਿਹੜੇ ਸੱਚਾਈ ਨੂੰ, ਪੰਜਾਬ ਦੇ ਹਾਲਾਤਾਂ ਨੂੰ ਸਮਝਦੇ ਆ, ਜਿਹੜੇ ਪੰਜਾਬ ਨੂੰ ਸਿਸਟਮ ਨੂੰ ਸੁਧਾਰ ਕਰਨਾ ਚਾਹੁੰਦੇ ਆ, ਜਿਹੜੇ ਚਾਹੁੰਦੇ ਆ ਵੀ ਪੰਜਾਬ ਦੀ ਇਕੋਨਮੀ ਤੇ ਪੰਜਾਬ ਦੇ ਜਿਹੜਾ ਹੈ ਸਿਸਟਮ ਦੇ ਵਿੱਚ ਸੁਧਾਰ ਹੋਵੇ। ਅਸੀਂ ਉਹਦੇ ਲੈਵਲ ਫੋਕਸ ਕਰਾਂਗੇ। ਅਸੀਂ ਕੋਸ਼ਿਸ਼ ਕਰਾਂਗੇ ਵੀ ਕਰਪਸ਼ਨ ਜਿਹੜੀ ਹੈ ਹਰ ਲੈਵਲ 'ਤੇ, ਜੇ ਬਿਲਕੁਲ ਖਤਮ ਤਾਂ ਨਹੀਂ ਅਸੀਂ ਕਹਿ ਸਕਦੇ ਕੋਈ ਕਰ ਸਕਦਾ, ਟੂ ਬੀ ਵੈਰੀ ਫਰੈਂਕ, ਉਹਨੂੰ ਘਟਾਇਆ ਜਾਵੇ, ਸਖਤੀ ਹੋਵੇ ਉਹਦੇ ਉੱਤੇ, ਸਿਸਟਮਸ ਕੰਮ ਕਰਨ, ਲੋਕਾਂ ਨੂੰ ਜਿਹੜਾ ਨਿਆਂ ਮਿਲੇ। ਚਾਹੇ ਕੋਈ ਥਾਣੇ ਕਚਹਿਰੀ 'ਚ ਕੋਈ ਜਾਂਦਾ ਹੈਗਾ, ਉਹਦੀ ਗੱਲ ਸੁਣੀ ਜਾਵੇ ਗਰੀਬ ਬੰਦੇ ਦੀ। ਸੋ ਇਹ ਸਿਸਟਮਸ ਨੂੰ ਅਸੀਂ ਸੁਧਾਰਨ ਲਈ ਕੰਮ ਕਰਾਂਗੇ। ਤੇ ਜਿਹੜੀਆਂ ਕੋਈ ਫ੍ਰੀ ਵੀਜ਼ ਨੇ ਇਹਨੇ ਵੀ ਅਸੀਂ ਬੰਦ ਕਰਾਂਗੇ, ਬਟ ਵੀ ਵਿਲ ਫੋਕਸ ਇਟ ਔਨ ਦ ਪੂਅਰ। ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਹੜੇ ਕੋਈ ਗਰੀਬ ਬੰਦੇ ਨੇ ਉਹਨਾਂ ਨੂੰ ਮੁਫਤ ਮਿਲਣੀ ਚਾਹੀਦੀ ਹੈ, ਹਰ ਬੰਦੇ ਨੂੰ ਨਹੀਂ। ਹੁਣ ਜਿਹੜਾ 30-40 ਕਿੱਲੇ ਜ਼ਮੀਨ ਵਾਲੇ ਨੇ ਜਿਨ੍ਹਾਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ ਆਪਣੀ, ਉਹਦੀ ਲੋੜ ਨਹੀਂ। ਅਸੀਂ ਉਹਨੂੰ ਰੈਸ਼ਨਲਾਈਜ਼ ਕਰਾਂਗੇ। ਅਸੀਂ ਜਿਹੜੀ ਹੈ ਪਾਵਰ ਦੀ ਸਬਸਿਡੀ ਸਭ ਤੋਂ ਵੱਡੀ ਹੈ, ਵੀ ਵਿਲ ਬ੍ਰਿੰਗ ਇਨ ਜਿਹੜੀ ਹੈ ਅੱਜ ਜਿਹੜੀ ਸਬਸਿਡੀ ਅਸੀਂ ਦੇਵਾਂਗੇ ਫॉर ਸੋਲਰ ਪਾਵਰ, ਉੱਤੇ ਫੋਕਸ ਕਰਾਂਗੇ। ਸੋ ਅਸੀਂ ਸਾਰਾ ਪਲਾਨ ਕਰ ਰਹੇ ਹਾਂ। ਕੋਈ ਇਹ ਨਹੀਂ ਵੀ ਵੀ ਵਿਲ ਡੂ ਸਮਥਿੰਗ ਡਿਫਰੈਂਟ ਵਿਚ ਵਿਲ ਜਿਹੜਾ ਇਨ ਇਟਸੈਲਫ ਅਟਰੈਕਟ ਪੀਪਲ।
ਪਹਿਲੀ ਜਦ ਇਹ ਮੁੱਦਾ ਉੱਠਿਆ ਸੀ ਅਸੀਂ ਕਿਹਾ ਸੀਗਾ ਵੀ ਸਾਡੀ ਉਹਨਾਂ ਨਾਲ ਕੋਈ ਗੱਲ ਨਹੀਂ ਚੱਲ ਰਹੀ, ਅਸੀਂ ਤਾਂ ਆਪਣੀ ਪਾਰਟੀ ਨੂੰ ਸਟੈਬਲਿਸ਼ ਕਰਨ ਤੇ ਲੱਗੇ ਹੋਏ ਹਾਂ। ਤੇ ਇਹ ਗੱਲ ਜ਼ਰੂਰ ਹੈ ਵੀ ਨਵੀਆਂ ਪਾਰਟੀਆਂ ਨੂੰ ਸਟੈਬਲਿਸ਼ ਕਰਨ ਲਈ ਥੋੜ੍ਹੀ ਜ਼ਿਆਦਾ ਸਮਾਂ ਵੀ ਲੱਗਦਾ ਹੈ, ਪਰ ਮੈਂ ਇਹ ਮੰਨਦਾ ਵੀ ਲੋਕ ਹੌਲੀ ਹੌਲੀ ਜਿਵੇਂ ਰਿਅਲਾਈਜ਼ ਕਰਨਗੇ ਵੀ ਕਿਹੜਾ ਸੱਚ ਦੀ ਗੱਲ ਕਰ ਰਿਹਾ, ਕਿਹੜਾ ਪੰਥਕ ਸੋਚ ਨੂੰ ਲੈ ਕੇ ਚੱਲਦਾ, ਤਾਂ ਹੌਲੀ ਹੌਲੀ ਸਾਡੇ ਨਾਲ ਜੁੜਨਗੇ ਲੋਕ। ਵਿਧਾਨ ਸਭਾ ਚੋਣਾਂ ਲੜੇਗਾ ਜੀ ਸੰਯੁਕਤ ਅਕਾਲੀ ਦਲ? ਬਿਲਕੁਲ ਲੜੇਗਾ, ਚੋਣਾਂ ਤਾਂ ਲੜਨੀ ਨੇ, ਪੋਲੀਟੀਕਲ ਪਾਰਟੀ ਚੋਣ ਤਾਂ ਲੜਾਂਗੇ। ਦਿੱਲੀ ਕਮੇਟੀ ਦੀਆਂ ਚੋਣਾਂ ਹੋ ਗਈਆਂ ਜੀ, ਹੁਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਮੰਗ ਕੀਤੀ ਜਾ ਰਹੀ ਹੈ ਕਿ ਲੰਬੇ ਸਮੇਂ ਤੋਂ ਨਹੀਂ ਹੋ ਰਹੀਆਂ। ਅਕਾਲੀ ਦਲ ਸੰਯੁਕਤ ਕੀ ਇਹਦੇ ਬਾਰੇ ਸਰਕਾਰ ਤੱਕ ਪਹੁੰਚ ਕਰ ਰਿਹਾ ਜਾਂ ਕੋਈ ਮੰਗ ਕਰ ਰਿਹਾ? ਦੇਖੋ, ਸਰਕਾਰ ਤਾਂ ਉਹਨਾਂ ਦੀ ਸੁਣਦੀ ਹੈ, ਕੇਂਦਰ ਸਰਕਾਰ ਵੀ ਉਹਨਾਂ ਦੀ ਕਹਿਣੇ ਤੇ ਚੱਲਦੀ ਹੈ, ਪੰਜਾਬ ਸਰਕਾਰ ਉਹਨਾਂ ਨਾਲ ਰਲੀ ਹੋਈ ਹੈ, ਤਾਂ ਹੀ ਚੋਣਾਂ ਨਹੀਂ ਹੋ ਰਹੀਆਂ। ਜੇ ਕਿਤੇ ਇੱਕ ਵੀ ਸਰਕਾਰ ਸੁਹਿਰਦ ਹੁੰਦੀ ਤਾਂ ਚੋਣਾਂ ਹੋ ਜਾਂਦੀਆਂ। ਕੇਂਦਰ ਸਰਕਾਰ ਪੰਜਾਬ ਸਰਕਾਰ ਨਹੀਂ ਚਾਹੁੰਦੀ ਇਹ ਚੋਣਾਂ ਹੋਣ, ਤਾਂ ਕਰਕੇ ਹੁਣ ਤੱਕ ਲਟਕੀਆਂ ਹੋਈਆਂ, ਨਹੀਂ ਤਕਰੀਬਨ ਸਾਲ ਤੋਂ ਉੱਤੇ ਸਮਾਂ ਹੋ ਗਿਆ ਗੁਰਦੁਆਰਾ ਇਲੈਕਸ਼ਨ ਕਮਿਸ਼ਨਰ ਲੱਗੇ ਹੋਏ, ਪਰ ਹਜੇ ਤੱਕ ਕੁਛ ਕਾਰਵਾਈ ਨਹੀਂ ਹੋਈ, ਕੋਈ ਉਹਦੀ ਐਕਸ਼ਨ ਨਹੀਂ। ਤੇ ਇਸ ਲਈ ਇਹ ਉਹਨਾਂ ਦੀ ਮੈਂ ਸਮਝਦਾ ਮਿਲੀ ਭੁਗਤੀ ਹੈ ਵੀ ਜਿਹੜੀਆਂ ਚੋਣਾਂ ਨਹੀਂ ਹੋਈਆਂ। ਥੈਂਕ ਯੂ।